ਤੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸ ਚੁੱਕਿਆ ਹਾਂ, ਮੇਰਾ ਤਲਕ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਹੈ। ਇਸ ਵੇਲੇ ਮੈਂ ਨੀਦਰਲੈਂਡ 'ਚ ਰਹਿਣਾ ਹੈ, ਲੇਕਿਨ ਮੈਂ ਜੇ ਪੰਜਾਬ 'ਚੋਂ ਹੈ ਤੇ ਆਪਣੀ ਪੰਜਾਬੀ ਭੁੱਲਿਆ ਨਹੀਂ। ਤੇ ਜੇ ਚੜ੍ਹਦੇ ਪੰਜਾਬ ਦੇ ਲੋਕ ਪੰਜਾਬੀ ਬੋਲਦੇ ਨੇ ਤੇ ਚਾਹੀਦਾ ਹੈ ਸਾਨੂੰ ਵੀ ਬੋਲਣਾ। ਸੋ ਮੈਂ ਚਾਹਾਂਗਾ ਪੰਜਾਬੀ 'ਚ ਹੀ ਖੁਦਾ ਦੇ ਕਲਾਮ ਨੂੰ ਤੁਹਾਡੇ ਤੱਕ ਪਹੁੰਚਾਵਾਂ। ਸੋ ਅੱਜ ਅਸੀਂ ਜ਼ਬੂਰ 25 ਤੇ ਉਹਦੀ 5 ਐਤ ਨੂੰ ਪੜ੍ਹਨੇ ਆ। ਜ਼ਬੂਰ 25 ਤੇ ਉਹਦੀ 5 ਐਤ। ਮੈਨੂੰ ਆਪਣੀ ਸੱਚਾਈ ਦੀ ਰਾਹ ਤੇ ਚਲਾ ਤੇ ਤਲੀਮ ਦੇ। ਮੈਨੂੰ ਆਪਣੀ ਸੱਚਾਈ ਦੀ ਰਾਹ ਤੇ ਚਲਾ ਤੇ ਤਲੀਮ ਦੇ, ਕਿਉਂਕਿ ਤੂੰ ਮੇਰਾ ਨਜਾਤ ਦੇਣ ਵਾਲਾ ਖੁਦਾ ਵਾਂ ਤੇ ਮੈਂ ਦਿਨ ਭਰ ਤੇਰਾ ਹੀ ਮੁੰਤਜ਼ਰ ਰਹਿਣਾ ਵਾਂ। ਸੋ ਕਿਸੇ ਐਸੀ ਤਾਲੀਮ ਨੂੰ ਜਿਹੜੀ ਸੱਚਾਈ ਦੀ ਤਾਲੀਮ, ਜਿਸ ਦੇ ਬਾਰੇ ਅਮਸਾਲ ਦੀ ਕਿਤਾਬ ਅਮਸਾਲ ਦੀ ਕਿਤਾਬ 22 ਬਾਬ ਤੇ 19 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਲਿਖਿਆ ਮਿਲਦਾ ਹੈ, ਤੇਰਾ ਤਵੱਕਲ ਖੁਦਾਵੰਦ ਦੇ ਉੱਤੇ ਹੋਵੇ। ਤੇ ਅੱਜ ਦੇ ਦਿਨ ਕਹਿੰਦਾ ਮੈਂ ਗੱਲ ਤੈਨੂੰ ਜਤਾ ਕੇ ਦੱਸਣਾ ਵਾਂ। ਤੇ ਰੱਬ ਬੰਦੇ ਨੂੰ ਕਹਿੰਦਾ ਮੈਂ ਤੇਰੇ ਲਈ ਇਲਮ ਦੀਆਂ ਗੱਲਾਂ, ਮਸ਼ਵਰਤ ਦੀਆਂ ਗੱਲਾਂ, ਲਤੀਫ ਗੱਲਾਂ ਇਸ ਕਰਕੇ ਲਿਖੀਆਂ ਨੇ ਤਾਂ ਕਿ ਸੱਚਾਈ ਦੀ ਹਕੀਕਤ ਨੂੰ ਤੇਰੇ ਉੱਤੇ ਜ਼ਾਹਰ ਕਰਾਂ ਤੇ ਤੂੰ ਸੱਚੀਆਂ ਗੱਲਾਂ ਨੂੰ ਹਾਸਲ ਕਰੇ। ਤੇ ਫਿਰ ਆਪਣੇ ਭੇਜਣ ਵਾਲੇ ਦੇ ਕੋਲ ਵਾਪਸ ਚਲਾ ਜਾਵੇ। ਕਿਉਂ ਉਹ ਸੱਚਾਈ ਦੀ ਰਾਹ ਉੱਤੇ ਚੱਲਣਾ ਚਾਹੁੰਦਾ ਹੈ ਤੇ ਉਸ ਤਾਲੀਮ ਨੂੰ ਮੰਗਦਾ ਹੈ, ਕਿਉਂਕਿ ਬਾਈਬਲ ਦੱਸਦੀ ਹੈ ਕਿ ਸੱਚਾਈ ਦੀ ਤਾਲੀਮ ਵਾਪਸੀ ਦਾ ਟਿਕਟ ਹੈ, ਵਾਪਸੀ ਦਾ। ਕਿਉਂਕਿ ਅਮਸਾਲ 19 ਬਾਬ ਤੇ 2 ਐਤ 'ਚ ਲਿਖਿਆ ਹੈ, ਇਹ ਅੱਛਾ ਨਹੀਂ ਕਿ ਰੂਹ ਇਲਮ ਤੋਂ ਖਾਲੀ ਜਾਵੇ। ਵਾਸ ਦੀ ਕਿਤਾਬ ਜਿਸ ਵੇਲੇ 12 ਬਾਬ ਤੇ 7 ਐਤ ਨੂੰ ਪੜ੍ਹਿਆ ਜਾਂਦਾ ਹੈ ਤੇ ਲਿਖਿਆ ਮਿਲਦਾ ਹੈ, ਖਾਕ ਦੇ ਵਿੱਚ ਮਿਲ ਜਾਏਗੀ ਜਿੱਦਾਂ ਪਹਿਲਾਂ ਮਿਲੀ ਹੋਈ ਸੀ। ਤੇ ਰੂਹ ਖੁਦਾ ਦੇ ਕੋਲ ਚਲੇ ਜਾਏ, ਪਰ ਕਿਹੜੀ ਹਾਲਤ ਦੇ ਵਿੱਚ ਜਾਵੇ? ਸੱਚਾਈ ਦੀ ਤਾਲੀਮ ਨੂੰ ਆਪ ਹਾਸਲ ਕਰੇ ਤੇ ਉਹਦੇ ਤੇ ਚੱਲੇ, ਤੇ ਸੱਚਾਈ ਦੀ ਰਾਹ ਲੋਕਾਂ ਨੂੰ ਦੱਸੇ ਤੇ ਦੂਸਰਿਆਂ ਨੂੰ ਕਵੇ ਤੁਸੀਂ ਵੀ ਇਹਦੇ ਤੇ ਚੱਲਿਓ। ਕਿਉਂਕਿ ਪੌਲੁਸ ਰਸੂਲ ਨੇ ਜਿਸ ਵੇਲੇ ਦੂਸਰਾ ਖਤ ਲਿਖਿਆ ਤਮੋਥੀਸ ਨੂੰ 2 ਬਾਬ ਤੇ ਉਹਦੀ 2 ਐਤ ਦੇ ਵਿੱਚ ਆਖਿਆ, ਜਿਹੜੀਆਂ ਗੱਲਾਂ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਤੂੰ ਮੇਰੇ ਕੋਲੋਂ ਸੁਣ ਲਈਆਂ ਨੇ ਤੇ ਉਹਨਾਂ ਗੱਲਾਂ ਨੂੰ ਦਿਆਨਤਦਾਰ ਬੰਦਿਆਂ ਦੇ ਸਪੁਰਦ ਕਰੀ, ਜਿਹੜੇ ਹੋਰਨਾਂ ਨੂੰ ਵੀ ਅੱਗੇ ਦੱਸਣ। ਜੇ ਸਾਨੂੰ ਮਿਲੀਆਂ ਨੇ, ਸਾਡੇ ਕੋਲ ਸੱਚਾਈ ਦੀ ਰਾਹ ਦੀ ਤਾਲੀਮ ਹੈਗੀ ਏ ਤੇ ਉਹਨੇ ਅੱਗੇ ਦੱਸਣ ਲਈ ਦਿੱਤੀਆਂ ਨੇ। ਪਰ ਇਹਦੇ ਲਈ ਯਸਾਇਆ 48 ਬਾਬ ਤੇ 20 ਐਤ ਦੱਸਦੀ ਏ ਕਿ ਤੈਨੂੰ ਬਾਬਲ ਚੋਂ ਨਿਕਲਣਾ ਪਵੇਗਾ। ਯਸਾਇਆ 48 ਬਾਬ 17 ਐਤ ਤੋਂ ਪੜ੍ਹੀਏ ਤੇ ਖੁਦਾ ਬੰਦੇ ਨੂੰ ਕਹਿੰਦਾ ਕਿ ਖੁਦਾਵੰਦ ਤੇਰਾ ਖੁਦਾ ਜਿਹੜਾ ਫਿਦਿਆ ਦੇਣ ਵਾਲਾ, ਉਹਨੇ ਆਖਿਆ ਮੈਂ ਵਾਂ ਤੇ ਮੈਂ ਤੈਨੂੰ ਮਫੀਦ ਜਿਹਦੇ ਨਾਲ ਤੇਰਾ ਫਾਇਦਾ ਹੋਵੇਗਾ, ਤੇਰੀ ਨਸਲ ਦਾ ਫਾਇਦਾ ਹੋਵੇਗਾ, ਮੈਂ ਤੈਨੂੰ ਮਫੀਦ ਤਾਲੀਮ ਦਿਆਂਗਾ ਤੇ ਉਸ ਰਾਹ ਤੇ
ਜਿਸ ਤੇ ਤੂੰ ਜਾਣਾ ਏ, ਕਿਉਂਕਿ ਜ਼ਬੂਰ ਨਵੀਸ ਕਹਿੰਦਾ ਏ ਮੈਨੂੰ ਆਪਣੀ ਸੱਚਾਈ ਦੀ ਰਾਹ ਦੱਸ, ਸੱਚਾਈ ਦੀ ਤਾਲੀਮ ਦੇ, ਜਿਸ ਤੇ ਮੈਂ ਜਾਣਾ ਹੈ, ਮੈਂ ਉਸ ਤੇ ਜਾਣਾ ਚਾਹੁੰਦਾ ਵਾਂ, ਮੈਂ ਮੁੰਤਜ਼ਰ ਹਾਂ। ਤੇ ਯਸਾਇਆ 48 ਬਾਬ 17 ਚ ਖੁਦਾਵੰ ਤੇਰਾ ਖੁਦਾ ਫਿਦਿਆ ਦੇਣ ਵਾਲਾ ਇਹ ਗੱਲ ਕਹਿੰਦਾ ਏ ਕਿ ਮੈਂ ਤੇਰਾ ਫਿਦਿਆ ਦੇਣ ਵਾਲਾ ਹੈ, ਤੇ ਮੈਂ ਤੈਨੂੰ ਮਫੀ ਤਾਲੀਮ ਦਿਆਂਗਾ, ਜਿਹਦੇ ਨਾਲ ਤੇਰਾ ਭਲਾ, ਤੇਰੀਆਂ ਨਸਲਾਂ ਦਾ ਭਲਾ। ਮੈਂ ਤੈਨੂੰ ਮਫੀ ਤਾਲੀਮ ਦਿਆਂਗਾ ਤੇ ਉਸ ਰਾਹ ਤੇ ਜਿਸ ਤੇ ਤੂੰ ਜਾਣਾ ਏ ਲੈ ਚੱਲਾਂਗਾ। ਤੇ ਨਾਲ ਹੀ ਬੜਾ ਖੁਦਾ ਗਿਲਾ ਕਰਦਾ ਏ, ਕਹਿੰਦਾ ਕਾਸ਼ ਤੂੰ ਮੇਰੀਆਂ ਗੱਲਾਂ ਦਾ ਸ਼ੈਨਵਾ ਹੁੰਦਾ, ਫਿਰ ਤੇਰੀ ਸਲਾਮਤੀ ਨਹਿਰ ਦੀ ਮਾਨਦ ਤੇ ਤੇਰੀ ਸਦਾਕਤ ਸਮੁੰਦਰ ਦੀ ਮੌਜਾਂ ਦੀ ਤਰ੍ਹਾਂ ਹੁੰਦੀ। ਤੇਰੇ ਸੁਲਭੀ ਫਰਜ਼ੰਦ ਜ਼ਮੀਨ ਉੱਤੇ ਜ਼ਰਿਆਂ ਦੀ ਮਾਨਦ ਹੁੰਦੇ, ਤੇ ਤੇਰਾ ਨਾਮ ਮੇਰੇ ਹਜ਼ੂਰ ਚੋਂ ਕੱਟਿਆ ਨਾ ਜਾਂਦਾ। ਤੇ 20 ਚ ਕਹਿੰਦਾ ਬਾਬਲ ਚੋਂ ਤਾਂ ਨਿਕਲ, ਅਸੀਂ ਬਾਬਲ ਚੋਂ ਨਹੀਂ ਨਿਕਲਦੇ। ਅਸੀਂ ਹੁਣ ਇੰਡੀਆ, ਪਾਕਿਸਤਾਨ ਵਾਲੇ, ਯੂਰਪ, ਅਮਰੀਕਾ, ਕਨੇਡਾ ਵਾਲੇ ਲੋਕ ਆਂਗੇ ਤੇ ਇੱਥੇ ਯੂਰਪ ਵਿੱਚ ਤੇ ਬਾਬਲ ਹੈ ਹੀ ਕੋਈ ਨਹੀਂ, ਅਸੀਂ ਕਿੱਥੋਂ ਨਿਕਲੀਏ। ਸੋ ਬਈ ਬਾਬਲ ਗੁਲਾਮੀ ਨੂੰ ਜ਼ਾਹਰ ਕਰਦਾ ਏ। ਪਹਿਲਾ ਕਰੰਥੀਓ 7 ਬਾਬ ਉਹਦੀ 23 ਚ ਲਿਖਿਆ, ਤੂੰ ਕੀਮਤ ਦੇ ਨਾਲ ਖਰੀਦਿਆ ਹੋਇਆ ਵਾਂ, ਬੰਦਿਆਂ ਦਾ ਕਿਉਂ ਗੁਲਾਮ ਬਣਿਆ ਹੋਇਆ ਹੈ। ਸੋ ਝੂਠੀਆਂ ਤਨਜ਼ੀਮਾਂ ਦੀ ਗੁਲਾਮੀ ਛੱਡਣੀ ਹੈ। ਤੇ ਲਿਖਿਆ ਬਾਬਲ ਚੋਂ ਨਿਕਲ ਤੇ ਕਸਤੀਆਂ ਦੇ ਦਰਮਿਆਨ ਚੋਂ ਭੱਜ, ਤੇ ਨਗਮਾਂ ਦੀ ਆਵਾਜ਼ ਨਾਲ ਗਾ ਤੇ ਬਿਆਨ ਕਰ। ਤੇ ਉਸ ਦੀਆਂ ਖਬਰਾਂ, ਇਹ ਉਹਦੀਆਂ ਖਬਰਾਂ ਏ ਬਾਈਬਲ, ਉਸ ਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾ। ਸੋ ਬਈ ਬੜੀ ਲੰਮੀ, ਬੜੀ ਦੂਰ ਤੱਕ ਮੇਰੀ ਤੁਹਾਡੀ ਡਿਊਟੀ ਲੱਗੀ ਹੋਈ ਹੈ ਕਿ ਉਹਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ। ਤੇ ਅੱਜ ਜਿੱਦਾਂ ਮੀਡੀਆ ਦਾ ਦੌਰ ਏ, ਯੂੰ ਹੀ ਅਸੀਂ ਕਲਾਮ ਨੂੰ ਲਾਈਕ ਕਰਨੇ ਆ, ਸ਼ੇਅਰ ਕਰਨੇ ਆ, ਬੈਲ ਦਾ ਬਟਨ ਦਬਾਉਂਦੇ ਆ, ਤੇ ਫਿਰ ਕਲਾਮ ਸਾਡੇ ਤੱਕ ਵੀ ਪਹੁੰਚਦਾ ਹੈ ਤੇ ਅਸੀਂ ਅੱਗੇ ਵੀ ਸ਼ੇਅਰ ਕਰਨੇ ਆ। क्योंकि यिर्मयाह 23 बाब 28 तक अक्सर पढ़ी जाती, जिस नबी को ख्वाब है वो ख्वाब दसे, तो जिहदे कोल कहना मेरा कलाम हैगा, मेरे कलाम नूं दयानतदारी ना सुणावे। ये कलाम दयानतदारी ना सुणाउण लई दिता है। तो ये जिंदगी की रोटी, ये जिंदगी का पानी है, ये खुद भी पीना, नस्लों नूं भी पिलाउणे आ, ते गां लोकां नूं भी ये जिंदगी का पानी वंडना है। जिंदगी दियां गल्लां, क्योंकि पहला करंथीओ 4 बाब उदी जिसले पहला करंथीओ पहला बाब उदी 4 है तो पढ़िए। तो रसूल कहना मैं खुदा दे उस फजल दे बायस जिहड़ा मसीह यस्सू विच हुंदिया होया कहंदा है शुक्र करना कि तुसी कलाम ते इलम दी दौलत दे विच दौलतमंद बन गए। दौलतमंद वो भराओ, ये दौलत दूसरी दौलत असीं इकट्ठी करके रखने हैं, इस दौलत नूं वंडना है। कहना मैं खुदा दे उस फजल दे बायस जिहड़ा मसीह यस्सू विच हुंदे आ तुहाडे उत्ते होया, अपने रब दा शुक्र करना कि तुसीं उस दे विच हो के कलाम ते इलम दी दौलत दे विच तुसीं दौलतमंद बन गए, ते मसीह दी गवाही तुहाडे च कायम होई। मसीह दी गवाही, मसीह दी, बंदियां दियां गवाहियां नहीं देनियां, तनजीमां दियां गवाहियां नहीं देनियां। लिखिया मसीह दी गवाही तुहाडे च कायम होई। तो इत्थों तक कि तुसीं किसे नेमत दे विच घट नहीं गए, तो साडे खुदावंद यीशु मसीह दे ज़हूर दे तुसीं झूठो झूठ दुआ नहीं करते कि तेरी बादशाही आवे, तुसीं वाकई सच च दुआ करते हो, क्योंकि तुसीं वो काम करन डे हो, मसीह दी गवाही देण डए हो, अंजीली मनाद बने हुए हो। तो फिर इहो ही कलाम तेनों आखिर तक कायम भी रखेगा। तो उस दिन जिदन यीशु मसीह आ जाएगा, तुसी उहदे सामने बेअल्जाम ठहरोगे। तो आओ जिन्हें खुदावंद यीशु मसीह के सामने बेअल्जाम ठहरना है कि जिहड़ियां गल्लां खुदावंद तूं मैनूं दित्तियां मैं लोकां तक पहुंचाईयां। अमसाल 23 बाब 16 लिखिया, जदों तेरे मूँह चों
ਖੁਦਾ ਚਾਹੁੰਦਾ ਹੈ ਕਿ ਅਸੀਂ ਆਪਣਾ ਮੂੰਹ ਖੋਲੀਏ। ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਵੇਗਾ। ਤੇ ਲੂਕਾ ਦੀ ਅੰਜੀਲ ਉਸ ਦਾ ਪਹਿਲਾ ਬਾਬ ਤੇ ਪਹਿਲੀ ਐਤ ਤੋਂ ਪੜ੍ਹੀਏ ਤੇ ਜੇ ਪਿਛਲੇ ਸਾਲਾਂ 'ਚ ਬਈ ਕਮਰ ਨਹੀਂ ਉਹ ਬੰਨੀ, ਕਿਉਂਕਿ ਬਾਈਬਲ 'ਚ ਲਿਖਿਆ ਸੱਚਾਈ ਨਾਲ ਕਮਰ ਕੱਸੀ ਤੇ ਕਮਰ ਨਹੀਂ ਉਹ ਬੰਨੀ। ਤੇ ਲੂਕਾ ਦੀ ਅੰਜੀਲ ਇਸ ਗੱਲ ਨੂੰ ਦੱਸਦੀ ਏ ਕਿ ਬਈ ਕਿਉਂਕਿ ਬਹੁਤਿਆਂ ਨੇ ਹੁਣ ਕਮਰ ਬੰਨ੍ਹ ਲਈਏ, ਕਿਉਂਕਿ ਬਹੁਤਿਆਂ ਨੇ ਕਮਰ ਬੰਨ੍ਹ ਲਈਏ ਕਿ ਜਿਹੜੀਆਂ ਗੱਲਾਂ ਸਾਡੇ ਦਰਮਿਆਨ ਵਾਕਿਆ ਹੋਈਆਂ ਉਹਨਾਂ ਨੂੰ ਤਰਤੀਬਵਾਰ, ਬੇਤੁਕਿਆ ਨਹੀਂ, ਢਾਕੇ ਦੀ ਬੰਗਾਲੇ ਨਹੀਂ ਮਾਰਨੀ, ਉਹਨਾਂ ਨੂੰ ਤਰਤੀਬਵਾਰ ਬਿਆਨ ਕਰਨ। ਤੇ ਆਓ ਫਿਰ ਅੱਜ ਵੇਲਾ ਏ ਕਮਰ ਬੰਨ੍ਹ ਲਈਏ ਤੇ ਕਲਾਮ ਨੂੰ ਤਰਤੀਬਵਾਰ ਜਿੱਦਾਂ ਕਲਾਮ ਹੈਗਾ ਉਸੇ ਤਰ੍ਹਾਂ ਬਿਆਨ ਕਰੀਏ। ਤੇ ਇਹ ਜ਼ਿੰਦਗੀ ਦੀ ਰੋਟੀ ਏ, ਜ਼ਿੰਦਗੀ ਦਾ ਪਾਣੀ ਏ। ਅਮਸਾਲ 10:21 'ਚ ਲਿਖਿਆ ਏ ਸਾਦਕ ਦੀ ਹੋਂਠ ਬਹੁਤਿਆਂ ਨੂੰ ਗੁਜ਼ਾ। ਤੇ ਆਓ ਲੋਕਾਂ ਨੂੰ ਗੁਜ਼ਾ ਪਹੁੰਚਾਈਏ, ਚੰਗੇ ਰਹਿ ਜਾਂਗੇ ਬਈ। ਕਲਾਮ ਨੂੰ ਜ਼ਰੂਰ ਸ਼ੇਅਰ ਕਰਨਾ, ਲਾਈਕ ਕਰਨਾ ਤੇ ਬੈਲ ਦਾ ਬਟਨ ਦਬਾਉਣਾ ਤਾਂ ਕਿ ਕਲਾਮ ਤੁਹਾਡੇ ਕੋਲ ਨਵਾਂ ਤੋਂ ਨਵਾਂ ਕਲਾਮ ਤੁਹਾਡੇ ਕੋਲ ਵੀ ਪਹੁੰਚਦਾ ਰਹੇ ਤੇ ਗਾਂ ਤੁਹਾਡੇ ਵਸੀਲੇ ਦੂਸਰਿਆਂ ਕੋਲ ਵੀ ਪਹੁੰਚਦਾ ਰਹੇ। ਸੋ ਖੁਦਾ ਤੁਹਾਨੂੰ ਬੜੀ ਬਰਕਤ ਹੈ। ਕਲਾਮ ਨੂੰ ਸ਼ੇਅਰ ਜ਼ਰੂਰ ਕਰਨਾ, ਲਾਈਕ ਕਰਨਾ ਤੇ ਬਟਨ ਜ਼ਰੂਰ ਦਬਾਉਣਾ ਬਾਈ। ਖੁਦਾ ਤੁਹਾਨੂੰ ਬਰਕਤ ਦੇਵੇ।